ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਐਕਸਪਰਟ ਜੋ ਦੇਣਗੇ ਜੀ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬ। ਕਾਲ ਕਰ ਸਕਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਸੋ ਖਾਸ ਤੌਰ ਤੇ ਵਰਕ ਪਰਮਿਟ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਜੀ, ਤੇ ਕਿੰਨਾ ਨੂੰ ਮਿਲੇਗਾ ਵਰਕ ਪਰਮਿਟ ਕੈਨੇਡਾ ਦਾ, ਕਿਸ ਤਰ੍ਹਾਂ ਮਿਲਣਾ ਹੈਗਾ, ਕਿੰਨੇ ਟਾਈਮ ਦਾ ਪ੍ਰੋਸੈਸ ਰਹੇਗਾ, ਕਿੰਨਾ ਬਜਟ ਚਾਹੀਦਾ ਹੈਗਾ, ਕਿ ਵਾਕਿਆ ਦੇ ਵਿੱਚ ਵਰਕ ਪਰਮਿਟ ਮਿਲਦਾ ਹੈ ਜਾਂ ਫਿਰ ਨਹੀਂ ਜੀ, ਇਹਦੇ ਉੱਤੇ ਡਿਸਕਸ ਕਰਾਂਗੇ। ਤੇ ਨਾਲ ਹੀ ਪਰਮਾਨੈਂਟ ਰੈਜ਼ੀਡੈਂਸੀ ਐਂਡ ਬਿਜ਼ਨਸ ਵੀਜ਼ਾ, ਕਈ ਕੈਟਾਗਰੀਜ਼ ਜੀ ਤੁਹਾਡੇ ਵਾਸਤੇ ਕੈਨੇਡਾ। ਤੇ ਸਾਡੇ ਨਾਲ ਨੇ ਸਾਡੇ ਅੱਜ ਦੇ ਐਕਸਪਰਟ CICC ਮੈਂਬਰ AYS ਤੋਂ ਮਿਸਟਰ ਜਸਕੀਰਤ। ਹੈਲੋ ਜੀ, ਵੈਲਕਮ ਟੂ ਦੀ ਸ਼ੋ। ਥੈਂਕ ਯੂ ਮੈਮ, ਤੁਹਾਡਾ ਬਹੁਤ ਬਹੁਤ ਵੱਡੇ ਮੰਚ ਤੇ ਸਾਨੂੰ ਟਾਈਮ ਦੇਣ ਵਾਸਤੇ ਤੁਹਾਡਾ। ਸੋ ਜਿਨ੍ਹਾਂ ਨੇ ਵੀ ਕਾਲ ਕਰਨੀ ਹੈ ਜੀ, ਨਾਲ ਦੇ ਨਾਲ ਆਪਣੇ ਟੀਵੀ ਦੀ ਆਵਾਜ਼ ਨੂੰ ਹੌਲੀ ਕਰ ਲਿਓ। ਤੁਹਾਡਾ ਸਵਾਲ, ਤੁਹਾਡੀ ਪ੍ਰੋਫਾਈਲ ਜ਼ਰੂਰ ਡਿਸਕਸ ਕਰਾਂਗੇ। ਤੇ ਸਟਾਰਟ ਕਰਾਂਗੇ ਜੀ ਅਸੀਂ ਵਰਕ ਪਰਮਿਟ ਤੋਂ। ਕਿਹੜੀ ਕੈਟਾਗਰੀ, ਕਿਹੜੇ ਪ੍ਰੋਫੈਸ਼ਨਸ ਜਾਂ ਫਿਰ ਸਕਿਲਡ ਪਰਸਨ ਨੂੰ ਲੈ ਕੇ, ਯਾਨੀ ਕਿ ਵਰਕ ਪਰਮਿਟ ਹੈ ਕਿੰਨਾ ਦੇ ਵਾਸਤੇ ਕੈਨੇਡਾ ਦੇ ਵਿੱਚ? ਮੈਮ ਵਰਕ ਪਰਮਿਟ ਹੈ ਉਹਨਾਂ ਦੇ ਵਾਸਤੇ ਆ ਜਿਹਨਾਂ ਕੋਲ 5 ਬੈਂਡ ਨੇ ਜਨਰਲ ਆਇਲਸ ਦੇ ਵਿੱਚ, ਮਿਨੀਮਮ 12th ਕੀਤੀ ਹੋਈ ਆ ਜੀ। ਸਾਡੇ ਕੋਲ ਪ੍ਰੀ ਅਪਰੂਵਡ LMIs ਤੱਕ ਪਈਆਂ ਨੇ, ਕੁੱਕ ਦੀਆਂ, ਸ਼ੈਫ ਦੀਆਂ, ਟਰੱਕ ਡਰਾਈਵਰਸ ਦੀਆਂ ਜੀ, ਹੋਟਲ ਲਾਈਨ ਦੇ ਨਾਲ ਰਿਲੇਟਡ ਜਿਹੜੀ ਹੈਗੀ ਆ, ਆਫਿਸ ਜੌਬਸ ਪਈਆਂ ਨੇ। ਬਸ ਤੁਹਾਡੇ ਕੋਲ ਜਿਹੜਾ ਮੇਨ ਗੱਲ, ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋਵੇ, 12th ਕੀਤੀ ਹੋਵੇ ਤੇ ਆਇਲਸ ਦੇ ਵਿੱਚ 5 ਬੈਂਡ ਹੋਣ। ਤੇ ਹਾਂ, ਮੇਨ ਚੀਜ਼ ਰਿਫਿਊਜ਼ਲ ਨਾ ਘੱਟ ਹੋਣ ਪਾਸਟ ਦੇ ਵਿੱਚ। ਜੇ ਕਦੀ ਰਿਫਿਊਜ਼ਲ ਹੈਗੇ ਤਾਂ ਵੀ ਆਰ ਗੁੱਡ ਵਿਦ ਦੈਟ, ਬਟ ਜ਼ਿਆਦਾ ਲੜੀ ਨਾ ਲੱਗੀ ਹੋਵੇ। ਸੋ ਉਹ ਚਾਹੇ ਉਹ ਸਟੱਡੀ ਵੀਜ਼ਾ ਹੈ ਤੇ ਚਾਹੇ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਵੀ ਆਪਾਂ ਕਈ ਵਾਰੀ ਅਪਲਾਈ ਕਰਦੇ ਆ, ਉਹ ਸਾਰਾ ਡਿਟੇਲ ਆ ਜਾਂਦੀ ਹੈ। ਮੈਮ ਐਕਚੁਅਲੀ ਇਦਾਂ ਵੀ ਜੇ ਅਸੀਂ ਹਿਸਟਰੀ ਤੁਹਾਡੀ ਕੰਟਰਡਿਕਟ ਕਰਾਂਗੇ ਤਾਂ ਅੱਗੇ ਜਾ ਕੇ ਆਫਿਸਰ ਨੇ ਕਹਿਣਾ ਤੁਸੀਂ ਝੂਠ ਬੋਲਿਆ, ਤੇ ਜਿਹਦੇ ਨਾਲ ਬੱਚੇ ਤੇ ਜਾਂ ਐਪਲੀਕੈਂਟ ਤੇ 5 ਸਾਲ ਦਾ ਬੈਨ ਲੱਗ ਸਕਦਾ। ਸੋ ਅਸੀਂ ਕਦੇ ਵੀ ਐਪਲੀਕੈਂਟ ਦੇ ਫਿਊਚਰ ਦੇ ਨਾਲ ਖਿਲਵਾੜ ਨਹੀਂ ਕਰਦੇ। ਜੇ ਨਹੀਂ ਕੇਸ ਹੋਊਗਾ ਤਾਂ ਪਹਿਲਾਂ ਹੀ ਸੌਰੀ ਕਹਿ ਦੇਵਾਂਗੇ, ਐਕਸਪੈਰੀਮੈਂਟ ਨਹੀਂ ਕਰਦੇ ਅਸੀਂ। ਅੱਛਾ, ਇਹਦੇ ਚ ਏਜ ਦੇਖ ਰਹੇ ਹੋ ਵਰਕ ਪਰਮਿਟ ਦੇ ਵਾਸਤੇ ਕੌਣ? ਜੇ ਮਿਨੀਮਮ 21 ਹੋਵੇ, ਓਕੇ, ਮੈਕਸਿਮਮ 45 ਹੋਵੇ ਤਾਂ ਉਹ ਜ਼ਿਆਦਾ ਵਧੀਆ ਰਹਿੰਦਾ ਵਾ, ਫਿਰ ਪਰਸਨਲ ਡਿਊਟੀਆਂ ਪਰਫਾਰਮ ਕਰ ਸਕਦਾ ਹੁੰਦਾ ਜੀ। ਸੋ ਤੁਸੀਂ ਕਾਲ ਕਰ ਸਕਦੇ ਹੋ ਜੀ। ਕਾਲ ਮਿਸ ਹੋ ਗਈ, ਮੈਂ ਦੁਬਾਰਾ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਕਿ ਇੱਥੇ ਸਾਡੇ ਦਰਸ਼ਕਾਂ ਦੀਆਂ, ਜਿੰਨੇ ਵੀ ਸਾਡੇ ਵਿਦਿਆਰਥੀ ਨੇ ਜੀ, ਤੁਸੀਂ ਵੀ ਅਪਲਾਈ ਕਰਨਾ ਤਾਂ ਤੁਹਾਡੇ ਵਾਸਤੇ ਵੀ ਸਾਡਾ ਦੇਸ਼ ਪ੍ਰਦੇਸ਼ ਲਾਈਵ ਦਾ ਇਹ ਮੰਚ। AYS ਤੋਂ ਮਿਸਟਰ ਜਸਕੀਰਤ CICC ਮੈਂਬਰ ਨੇ। ਕੈਨੇਡਾ ਬ੍ਰੈਂਪਟਨ ਦੇ ਵਿੱਚ ਆਫਿਸ ਹੈਗਾ, ਜਿੱਥੋਂ ਅਕਸਰ ਅਸੀਂ ਇਹਨਾਂ ਦੇ ਨਾਲ ਲਾਈਵ ਜਿਹੜੇ ਹੈਗੇ ਜੁੜੇ ਨੇ ਜੀ ਸਾਡੇ ਨਾਲ, ਸਾਡੇ ਸ਼ੋਅ ਦੇ ਵਿੱਚ। ਬਟ ਹੁਣ ਫਿਲਹਾਲ ਕਿਉਂਕਿ ਪਟਿਆਲਾ ਦੇ ਵਿੱਚ ਵੀ ਇਹਨਾਂ ਦਾ ਆਫਿਸ ਹੈ, ਸੋ ਜਿਨ੍ਹਾਂ ਨੇ ਹੁਣ ਅੱਜ ਯਾਨੀ ਕਿ ਇਹਨਾਂ ਦੇ ਨਾਲ ਡਿਸਕਸ ਕਰਨੀਆਂ ਨੇ ਜੀ ਆਪਣੀਆਂ ਪ੍ਰੋਫਾਈਲਸ, ਤੋਂ ਤੁਸੀਂ ਪਟਿਆਲਾ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਕਿਉਂਕਿ ਫਿਲਹਾਲ ਜੀ ਫॉर ਦਾ ਟਾਈਮ ਬਿੰਗ, ਥੋੜੇ ਟਾਈਮ ਦੇ ਵਾਸਤੇ ਜਸਕੀਰਤ ਇੰਡੀਆ ਦੇ ਵਿੱਚ ਹੈਗੇ ਨੇ, ਵਿਜ਼ਿਟ ਇੱਥੇ ਕਰ ਰਹੇ ਨੇ। ਸੋ ਕਾਲਰ ਇਸ ਵੇਲੇ ਸਾਡੇ ਨਾਲ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸਰ। ਸਾਡਾ ਬੇਟਾ ਨਾ ਨਿਊਜ਼ੀਲੈਂਡ 'ਚ ਹੈ। ਹਾਂਜੀ ਹਾਂਜੀ ਸਰ। ਤੇ ਉਹਨਾਂ ਨੇ ਨਾ 6 ਸਾਲ ਦਾ ਐਕਸਪੀਰੀਅੰਸ ਹੈ। 6 ਸਾਲ ਹੋਟਲ ਲਾਈਨ ਦਾ। ਹੋਟਲ ਲਾਈਨ, ਠੀਕ ਹੈ। ਓਕੇ ਓਕੇ ਓਕੇ। ਤੇ ਉਹਦੀ PR ਕੈਨੇਡਾ ਦੀ ਲੱਗ ਜੂ ਤੇ ਜੀ ਜਸਕੀਰਤ, ਤੁਸੀਂ ਕੁਝ ਪੁੱਛਣਾ ਜੀ ਇਹਨਾਂ ਨੂੰ? ਬਸ ਬਹੁਤ ਆ ਐਕਸਪੀਰੀਅੰਸ ਹੈਗਾ ਵਾ ਸਾਰਾ। ਉਹਨਾਂ ਦੀ PR ਲੱਗ ਜੂ। ਉਹ ਨਿਊਜ਼ੀਲੈਂਡ ਕਿਹਾ ਨਾ ਤੁਸੀਂ? ਹਾਂਜੀ, ਨਿਊਜ਼ੀਲੈਂਡ ਤੋਂ ਨੇ ਜੀ ਉਹ। ਹਾਂਜੀ ਹਾਂਜੀ, ਠੀਕ ਹੈ, ਤੁਸੀਂ ਜਵਾਬ ਟੀਵੀ ਦੇ ਉੱਪਰ ਸੁਣ ਲਓ ਪਲੀਜ਼ ਜੀ। PR ਲੱਗਣ ਵਾਸਤੇ ਮੈਨੂੰ ਉਹਨਾਂ ਦੀ ਪ੍ਰੋਫਾਈਲ ਪ੍ਰੋਪਰ ਅਸੈਸ ਕਰਨੀ ਪੈਣੀ ਹੈ। ਇਹਨਾਂ ਨੂੰ ਕਿਉਂ ਥੱਲੇ ਈਮੇਲ ਜਾਂ ਸਾਡੇ ਫੋਨ ਨੰਬਰ ਤੇ ਇਹਨਾਂ ਦਾ ਰਿਜ਼ਿਊਮੇ ਭੇਜ ਦੇਣ। ਬਟ ਹਾਂ, ਇਹਨਾਂ ਦਾ ਵਰਕ ਪਰਮਿਟ ਫੋਰ ਸ਼ੋਰ ਆ ਜਾਊਗਾ। ਸਾਡੇ ਕੋਲ ਸ਼ੈਫ ਦੀ ਪ੍ਰੀ ਅਪਰੂਵਡ LMI ਪਈ ਆ, ਤੇ ਜਿਹੜੇ ਨੰਬਰ ਥੱਲੇ ਫਲੈਸ਼ ਕਰਦੇ ਪਈ ਆ, ਤੁਸੀਂ ਉਹਨਾਂ ਦੇ ਕੰਟੈਕਟ ਕਰੋ ਜਾਂ ਮੈਸੇਜ ਡ੍ਰੌਪ ਕਰ ਦਿਓ, ਸਾਡਾ ਆਫਿਸ ਤੁਹਾਡੇ ਨਾਲ ਗੈਟ ਬੈਕ ਕਰੂਗਾ ਜੀ। ਅੱਛਾ, ਅੱਗੇ ਅਸੀਂ ਐਡ ਦੇਖਦੇ ਹਾਂ ਜੀ ਨਿਊਜ਼ਪੇਪਰ ਵਗੈਰਾ ਦੇ ਵਿੱਚ, ਅਖਬਾਰਾਂ ਦੇ ਵਿੱਚ ਹੋ ਗਿਆ ਕਿ ਹਾਂਜੀ ਇਹਦੀ ਲੋੜ ਹੈ ਕੈਨੇਡਾ ਦੇ ਵਿੱਚ। ਬਟ ਉਹਦੀ ਕਿੰਨੀ ਕੀ ਰਿਐਲਿਟੀ ਹੁੰਦੀ ਹੈ ਇਹ ਸਾਡੇ ਦਰਸ਼ਕਾਂ ਨੂੰ ਵੀ ਪਤਾ ਹੈ। ਬਟ ਫਿਲਹਾਲ ਕਿਉਂਕਿ ਅੱਜ CICC ਮੈਂਬਰ ਖੁਦ ਇੱਥੇ ਮੌਜੂਦ ਨੇ ਜੀ, ਆਈ ਐਮ ਸ਼ੋਰ ਵੀ ਹੁਣ ਜਿਨ੍ਹਾਂ ਨੇ ਵਰਕ ਪਰਮਿਟ ਨੂੰ ਲੈ ਕੇ ਕੋਈ ਵੀ ਡਾਊਟ ਹੈ, ਕੋਈ ਵੀ ਸਵਾਲ ਹੈ, ਤਾਂ ਤੁਸੀਂ ਜ਼ਰੂਰ ਡਿਸਕਸ ਕਰ ਸਕਦੇ ਹੋ ਜੀ ਸਾਡੇ ਇਸ ਮੰਚ ਦੇ ਉੱਪਰ। ਨੈਕਸਟ ਕਾਲਰ। ਹੈਲੋ ਓਕੇ। ਸੋ ਜਿਨ੍ਹਾਂ ਕੋਲ ਸਕਿਲਡ ਪਰਸਨ ਹੁੰਦੇ ਨੇ, ਉਹਨਾਂ ਦੀ ਕਿੰਨੀ ਕੀ ਡਿਮਾਂਡ ਰਹਿੰਦੀ ਹੈ? ਮੈਮ ਰਾਈਟ ਨਾਓ ਕੈਨੇਡਾ ਦੇ ਵਿੱਚ ਸਕਿਲਡ ਪਰਸਨਸ ਦੀ ਬਹੁਤ ਡਿਮਾਂਡ ਆ। EMPLOYERS ਦੇ ਕੋਲ ਕਾਰਪੈਂਟਰ, ਵੈਲਡਰ ਹੋ ਗਏ, ਜਾਂ ਲੌਬਸਟਰ ਪ੍ਰੋਸੈਸਰਸ ਹੋ ਗਏ, ਜਾਂ ਕੁੱਕ ਹੋ ਗਈ, ਜਾਂ ਸ਼ੈਫ ਹੋ ਗਈ, ਹੈ ਨਾ, ਇਸ ਟਾਈਮ ਲੱਭ ਹੀ ਨਹੀਂ ਰਹੇ ਹੈਗੇ ਉੱਥੇ। ਕਿਉਂਕਿ ਕੋਵਿਡ ਕਰਕੇ ਨਾ ਬਾਹਰੋਂ ਵਿਜ਼ਿਟਰ ਕੈਨੇਡਾ ਆ ਨਹੀਂ ਸਕੇ, ਜਿਹਦੇ ਕਰਕੇ ਲੇਬਰ ਦੀ ਸ਼ਾਰਟੇਜ ਹੋ ਗਈ ਬਹੁਤ ਜ਼ਿਆਦਾ। ਠੀਕ ਹੈ। ਰਾਈਟ ਨਾਓ LMIs ਧੜਾ ਅਪਰੂਵ ਹੋ ਰਹੀਆਂ ਨੇ। ਈਵਨ ਦੋ 3.5-4 ਜਿਹੜੇ ਕੇਸ ਨੇ ਇੰਡੀਆ ਤੋਂ 2 ਤੋਂ 3 ਮਹੀਨੇ ਵਿੱਚ ਉਹਨਾਂ ਦੇ ਵਰਕ ਪਰਮਿਟਸ ਅਪਰੂਵ ਹੋਏ ਆ। ਸਾਡੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਜਿਹੜੇ ਫੋਟੋਜ਼ ਵਗੈਰਾ ਸਾਰਾ ਅਪਰੂਵਲਸ ਹੀ ਪਈਆਂ ਨੇ, ਟੈਸਟੀਮੋਨੀਜ਼ ਉਹਨਾਂ ਦੀ ਪਈਆਂ ਨੇ ਜੀ। ਅੱਛਾ, ਜਿਹੜੇ PR ਵਾਸਤੇ ਹੁੰਦੇ ਨੇ ਉਹ ਟੋਟਲੀ ਅਲੱਗ ਲਾਈਕ ਪ੍ਰੋਫਾਈਲਸ ਹੋ ਗਈਆਂ?
ਮੈਮ ਜਿਨ੍ਹਾਂ ਨੇ ਇੰਡੀਆ ਤੋਂ ਅਪਲਾਈ ਕਰਨਾ ਉਹ ਡੈਟ ਇਜ਼ ਸੈਪਰੇਟ ਕੈਟੇਗਰੀ, ਜਿਨ੍ਹਾਂ ਨੇ ਇੰਡੀਆ ਤੋਂ ਵਰਕ ਪਰਮਿਟ ਤੇ ਜਾਣਾ ਉਹ ਅਲੱਗ ਕੈਟੇਗਰੀ ਆ। ਹੁਣ ਅਸੀਂ ਕੀ ਕਹਿੰਦੇ, ਸਾਨੂੰ ਆਫਿਸ ਦੇ ਵਿੱਚ ਮਿਲੋ, ਸਾਡੇ ਨਾਲ ਇਨ ਪਰਸਨ ਗੱਲ ਕਰੋ ਸਾਰੀ, ਅਸੀਂ ਆ ਕੇ ਤੁਹਾਡੀ ਫਾਈਲ ਪ੍ਰੋਪਰ ਅਸੈਸ ਕਰਾਂਗੇ ਕਿ ਤੁਸੀਂ PR ਤੇ ਜਾਓਗੇ, ਤੁਸੀਂ ਵਰਕ ਪਰਮਿਟ ਤੇ ਜਾਓਗੇ, ਹੈ ਨਾ। ਕਿਉਂਕਿ ਆਨਲਾਈਨ ਥੋੜੀ ਸ਼ਾਰਟ ਗੱਲ ਹੁੰਦੀ ਡੈਟਸ ਵਾਈ ਵੀ ਕਾਲ ਕਿ ਤੁਸੀਂ ਆਫਿਸ 'ਚ ਆ ਜਾਓ ਸਾਡੇ ਪਲੀਜ਼, 5 ਮਿੰਟ ਕੱਢ ਕੇ ਤੁਹਾਡਾ ਫਿਊਚਰ ਆ ਜੀ। ਸੋ ਟਾਈਮ ਅਸੀਂ ਇੱਥੇ ਆਪਣੇ ਆਪ ਦੇ ਵਾਸਤੇ ਕੱਢਣਾ ਹੈ। ਸੋ ਫਿਲਹਾਲ ਜੀ ਦੇਸ਼ ਪ੍ਰਦੇਸ਼ ਲਾਈਵ ਦਾ ਇਹ ਮੰਚ ਵੀ ਤੁਹਾਨੂੰ ਸਮਾਂ ਦਿੰਦਾ ਹੈ ਕਿ ਤੁਸੀਂ ਆਪਣਾ ਸਵਾਲ ਨਾਲ ਦੇ ਨਾਲ ਜਿਹੜਾ ਹੈਗਾ ਇੱਥੇ ਡਿਸਕਸ ਕਰਕੇ ਉਹਦਾ ਹਾਂ ਜਾਂ ਨਾ ਦੇ ਵਿੱਚ ਇੱਕ ਵਾਰੀ ਜਵਾਬ ਜ਼ਰੂਰ ਲੈ ਸਕਦੇ ਹੋ। ਨੈਕਸਟ ਕਾਲਰ। ਹੈਲੋ ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਹਾਂਜੀ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਮੇਰਾ ਬੇਟਾ ਆਲਰੇਡੀ ਨਾ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਹੋਇਆ। ਠੀਕ ਹੈ ਜੀ। ਉਹਦਾ ਦਸੰਬਰ ਦੇ ਵਿੱਚ ਨਾ ਪੂਰਾ ਹੋ ਜਾਣਾ ਕੋਰਸ। ਓਕੇ। ਉਸ ਟਾਈਮ ਤੇ ਕਹਿੰਦੇ ਜੀ ਪੇਰੈਂਟਸ ਨੂੰ ਬੁਲਾ ਸਕਦੇ ਆ, ਕੋਈ ਇਹਨਾਂ ਦਾ ਕਨਵੋਕੇਸ਼ਨ ਹੁੰਦੀ ਜਿਹੜੀ ਉਹਦੇ ਵਿੱਚ ਜੀ ਜਦੋਂ ਰਿਜ਼ਲਟ ਨਿਕਲਦਾ। ਬਿਲਕੁਲ ਬਿਲਕੁਲ। ਉਹ ਪ੍ਰੋਬਲਮ ਇਹ ਹੈ ਕਿ ਜਦੋਂ ਉਹਦੀ ਮਦਰ ਦਾ ਨਾਂ ਜਦੋਂ ਨਾ VW ਚ ਚੱਕਰ, ਉਹਦੇ ਪਾਸਪੋਰਟ ਤੇ V ਦੇ ਨਾਲ ਲੱਗਾ ਹੋਇਆ, ਐਕਚੁਅਲੀ ਸਾਡਾ ਦਾ ਪਾਸਪੋਰਟ W ਨਾਲ ਆ। ਅੱਛਾ। ਉਹਦੀ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ? ਸੋ ਸਪੈਲਿੰਗ ਦੇ ਵਿੱਚ ਥੋੜੀ ਜਿਹੀ ਮਿਸਟੇਕ ਹੈਗੀ ਹੈ ਸਟਾਰਟਿੰਗ ਜਾਂ W ਤੋਂ ਕਿੱਦਾਂ? ਇੱਕ ਅੱਖਰ ਦੀ ਹੈਗੀ ਹੈ ਸਰ। ਕਿਹੜਾ ਅਕਸ਼ਰ ਹੈ? ਵੀ ਆ ਐਕਚੁਅਲੀ ਰਜਵੰਤ ਆ W ਨਾਲ ਹੁੰਦਾ, ਅੱਛਾ। ਉੱਤੇ V ਨਾਲ ਲੱਗਾ ਹੋਇਆ। ਉਹ ਜਿਹੜੇ ਸਰਟੀਫਿਕੇਟਸ ਮਾਈਟ ਵੀ ਉਹਦੇ ਤੇ W ਐਂਡ ਇਹ ਤਾਂ ਬਹੁਤ ਮਾਈਨਰ ਚੀਜ਼ ਆ। ਤੁਸੀਂ ਇੱਕ ਐਫੀਡੇਵਿਟ ਕਰਾ ਕੇ ਨਾ ਕਿ ਸੇਮ ਨੇਮ ਪਰਸਨ ਦਾ ਐਫੀਡੇਵਿਟ ਹੁੰਦਾ ਵਾ, ਤੁਸੀਂ ਉਹਦੇ ਨਾਲ ਐਪਲੀਕੇਸ਼ਨ ਲਾ ਸਕਦੇ ਹੋ। ਸਾਡੇ ਨਾਲ ਕੰਟੈਕਟ ਕਰ ਲਿਓ, ਸਿੱਧਾ ਦੇ ਕੇਸ ਕਾਫੀ ਅਪਰੂਵ ਕਰਵਾਏ ਹੋਏ ਆ। ਸੋ ਨੋ ਨੀਡ ਟੂ ਵਰੀ, ਰਾਦਰ ਕਿ ਪੇਪਰ ਠੀਕ ਕਰਾਉਣ ਨਾਲ ਹੋਣਾ ਉਹ ਮੈਸ ਨਾਲ ਤੁਸੀਂ ਉਹ ਲੰਬਾ ਕੰਮ ਹੋ ਜਾਊਗਾ। ਇੱਕ ਐਫੀਡੇਵਿਟ ਬਣਾਓ ਤੇ ਛੇਤੀ ਤੋਂ ਛੇਤੀ ਫਾਈਲ ਅਪਲਾਈ ਕਰੋ, ਕਿਉਂਕਿ ਅੱਜ ਕੱਲ੍ਹ 3 ਤੋਂ 4 ਮਹੀਨੇ ਵੀਜ਼ਾ ਲੱਗਣ ਦੇ ਵਿੱਚ ਲੱਗ ਰਹੀ ਆ। ਟੂਰਿਸਟ ਵੀਜ਼ਾ ਐਂਡ ਵਿਜ਼ਟਰ ਵੀਜ਼ਾ ਦੀ ਗੱਲ ਕਰ ਰਹੇ ਹੋ ਤੇ ਜਿਹੜਾ ਹੁਣ ਵਰਕ ਪਰਮਿਟ ਤੁਸੀਂ ਕਹਿ ਰਹੇ ਸੀਗੇ, ਇਹਦੀ ਡਿਊਰੇਸ਼ਨ ਕੀ ਰਹਿੰਦੀ ਹੈ? ਮੀਨਸ ਕਿੰਨੇ ਟਾਈਮ ਦਾ ਮਿਲਦਾ ਹੁੰਦਾ? ਜਿਹੜਾ ਇਹ ਡਿਊਰੇਸ਼ਨ ਹੁੰਦੀ ਹੈ ਵਰਕ ਪਰਮਿਟ 2 ਸਾਲ ਦਾ ਅਪਰੂਵ ਹੁੰਦਾ ਓਕੇ। ਇਹ ਘੱਟ ਤੋਂ ਘੱਟ ਹੈ? ਘੱਟ ਤੋਂ ਘੱਟ 2 ਸਾਲ ਮਿਲਦਾ ਹੀ ਮਿਲਦਾ ਵਾ। ਠੀਕ ਹੈ। ਤੇ ਰੈਸਟ ਡਿਪੈਂਡ ਕਰਦਾ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਕਿੰਨੀ ਆ, ਤੇ ਇਹਦਾ ਪ੍ਰੋਸੈਸਿੰਗ ਟਾਈਮ ਹੁੰਦਾ ਵਾ ਮਿਨੀਮਮ 4 ਮੰਥਸ ਤੋਂ ਲੈ ਕੇ ਮੈਕਸਿਮਮ 8 ਮੰਥਸ। ਕਿਉਂਕਿ ਪਹਿਲਾਂ LMI ਅਪਰੂਵ ਹੁੰਦੀ ਆ, ਫਿਰ ਐਪਲੀਕੇਸ਼ਨ ਲੱਗਦੀ ਆ, ਡਾਕੂਮੈਂਟਸ ਇਕੱਠੇ ਹੁੰਦੇ ਆ। ਸੋ ਇੰਨਾ 4 ਤੋਂ 6 ਮਹੀਨੇ ਸਾਰਾ ਪੇਪਰ ਵਰਕ ਹੀ ਜਾਂਦਾ ਇਹਦੇ ਵਿੱਚ ਵਰਕ ਪਰਮਿਟ ਦੇ ਵਿੱਚ? ਮੈਮ ਸਾਰਾ ਪੇਪਰ ਵਰਕ ਜਾਂਦਾ, ਪ੍ਰੋਪਰ ਇੱਕ ਟ੍ਰਾਂਸਪੇਰੈਂਸੀ ਫਾਈਲ ਬਣ ਕੇ ਜਾਂਦੀ ਹੈ, ਸਟੈਪਸ ਹੁੰਦੇ ਨੇ। ਅੱਛਾ। ਇਹ ਇਦਾਂ ਨਹੀਂ ਵੀ ਜਸਟ ਫਾਰਮ ਭਰੇ ਤੇ ਫਾਈਲ ਲਾਤੀ, ਨਹੀਂ। ਠੀਕ ਹੈ। ਤੁਹਾਡੇ ਇੱਕ ਪਹਿਲਾਂ LMI ਅਪਰੂਵ ਹੁੰਦੀ ਆ, ਫਿਰ ਤੁਹਾਡੀ ਫਾਈਨਲ ਫਾਈਲ ਜਾਂਦੀ ਹੈ, ਮੈਡੀਕਲ ਹੁੰਦਾ ਵਾ, ਬਾਇਓਮੈਟ੍ਰਿਕਸ ਹੁੰਦੀ ਆ, ਸਾਰਾ ਕੁਝ ਨਾਲ ਹੁੰਦਾ ਜੀ। ਸੋ ਫਿਲਹਾਲ ਉਹ ਸਾਰਾ ਪ੍ਰੋਸੈਸ ਸਮਝਣਾ ਪਏਗਾ ਜਿਨ੍ਹਾਂ ਨੇ ਵਰਕ ਪਰਮਿਟ ਦੇ ਵਾਸਤੇ ਅਪਲਾਈ ਕਰਨਾ ਹੈ। ਨੈਕਸਟ ਕਾਲਰ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ? ਮੈਂ ਗੁਰਜੀਤ ਸਿੰਘ ਗੱਲ ਕਰਦਾ ਹਰੀ ਕਿਪਤਾ ਤੋਂ। ਹਾਂਜੀ ਦੱਸੋ ਜੀ, ਕੀ ਪੁੱਛਣਾ ਹੈ? ਮੈਂ ਇਸ ਸਟੇਜ ਦੇ ਗਾਈਡਲਾਈਨਸ ਦੀ ਓਵਰਆਲ ਫਿਕਸ ਕਰਨਾ ਤੇ ਮੈਂ GT ਦੀ ਕਲੀਅਰ ਹੋ ਜਾਂਦੀ, ਕਿੰਨੇ ਜਿਆਦਾ ਕਲੀਅਰ ਹੋ ਜਾਂਦਾ? ਦੁਬਾਰਾ ਪੁੱਛੋ, ਕੀ ਕਹਿ ਰਹੇ ਹੋ? ਮੈਂ ਸਾਰਾ ਕੁਝ ਹੋਇਆ GT ਦੀ ਅਪਰੂਵਲ ਨਹੀਂ ਹੁੰਦੀ, ਮੈਂ ਕਿੰਨੇ ਜਿਆਦਾ ਕਲੀਅਰ ਹੋ ਜਾਂਦੀ ਹੈ? ਆਸਟ੍ਰੇਲੀਆ? ਹਾਂਜੀ GT ਦੀ ਕਲੀਅਰ ਹੁੰਦੀ, ਮੈਂ 20-25 ਦਿਨ ਹੋ ਗਿਆ ਜੀ। ਓਕੇ। ਕੀ ਪ੍ਰੋਫਾਈਲ ਕੀ ਹੈ ਤੁਹਾਡੀ? ਮੈਂ ਆਈਲੈਟਸ ਕੀਤੀ ਓਵਰਆਲ ਫਿਕਸ ਕਰਨਾ ਜੀ, 1 ਤੋਂ 5.5 ਹੈ ਜੀ। ਓਕੇ। ਤੇ ਐਜੂਕੇਸ਼ਨ ਤੁਹਾਡੀ? ਮੈਂ +2 ਹੀ ਕਿੰਨੇ ਮੈਡੀਕਲ ਜੀ। ਕਦੋਂ ਕੀਤੀ ਹੈ? ਮੈਂ 2020 ਵਿੱਚ ਪਾਸ ਹੋਈ। 2020 ਪਾਸ ਆਊਟ। ਓਕੇ। ਹਾਂ ਮੈਂ 96 ਹਾਂ ਦੱਸੋ। 96% ਨੰਬਰ ਹੈ ਜੀ। 96%? ਹਾਂਜੀ। ਚਲੋ ਹੁਣ ਤੁਸੀਂ ਜਵਾਬ ਟੀਵੀ ਦੇ ਉੱਪਰ ਸੁਣ ਲਓ। ਆਸਟ੍ਰੇਲੀਆ ਕਰ ਰਹੇ ਹੋ ਜਸਕੀਰ? ਮੈਂ ਹੁਣ ਸਟਾਰਟ ਕੀਤਾ ਵਾ ਤੇ ਇਹਨਾਂ ਦਾ ਵੀ ਛੇਤੀ ਅਪਰੂਵ ਹੋ ਕੇ ਆ ਜਾਊਗਾ। ਪ੍ਰੋਸੀਡਿੰਗ ਪਹਿਲੇ ਨਾਲੋਂ ਕਾਫੀ ਫਾਸਟ ਹੋ ਗਈਆਂ ਨੇ, ਇਹਨਾਂ ਨੂੰ ਮੈਕਸਿਮਮ 2 ਜਾਂ 3 ਹਫ਼ਤੇ ਮੈਕਸਿਮਮ ਲੱਗਣਗੇ, ਇਹਨਾਂ ਦੀ ਅਪਰੂਵਲ ਆ ਜਾਊਗੀ। ਸੋ GT ਤੁਹਾਡੀ ਕਲੀਅਰ ਹੋਣੀ ਚਾਹੀਦੀ ਹੈ ਜੀ, ਅਕੋਰਡਿੰਗ ਟੂ ਜਿੱਦਾਂ ਤੁਸੀਂ ਆਪਣੀ ਪ੍ਰੋਫਾਈਲ ਦੱਸੀ ਹੈ, ਬਿਕਾਜ਼ ਆਸਟ੍ਰੇਲੀਆ ਐਕਸੈਪਟ ਕਰ ਲੈਂਦਾ 5.5 ਬੈਂਡ ਇੱਕ ਮੋਡਿਊਲ ਦੇ ਵਿੱਚੋਂ ਐਂਡ ਵੀਜ਼ਾ ਵੀ ਆਉਂਦੇ ਨੇ। ਬਟ ਫਿਲਹਾਲ ਜੀ ਹੁਣ ਤੁਸੀਂ ਕਿੱਥੋਂ ਅਪਲਾਈ ਕੀਤਾ ਹੈ, ਥੋੜਾ ਜਿਹਾ ਉਹਨਾਂ ਦੇ ਨਾਲ ਵੀ ਤੁਸੀਂ ਕੰਟੈਕਟ ਦੇ ਵਿੱਚ ਰਹੋ। ਫਿਲਹਾਲ ਜੀ ਕੈਨੇਡਾ ਨੂੰ ਲੈ ਕੇ ਕੋਈ ਸਵਾਲ ਹੈ ਤਾਂ ਤੁਸੀਂ ਜ਼ਰੂਰ ਡਿਸਕਸ ਕਰ ਸਕਦੇ ਹੋ। ਅਸੀਂ ਵਰਕ ਪਰਮਿਟ ਅੱਜ ਖਾਸ ਤੌਰ ਤੇ ਇੱਥੇ ਡਿਸਕਸ ਕਰ ਰਹੇ ਹਾਂ ਜੀ ਕਿ ਵਰਕ ਪਰਮਿਟ ਕਿੱਦਾਂ ਮਿਲਦਾ ਹੈ, ਕਿਹਨੂੰ ਮਿਲਦਾ ਹੈ, ਕਿਸ ਤਰ੍ਹਾਂ ਜਿਹੜਾ ਹੈਗਾ ਇਹਦਾ ਪ੍ਰੋਸੈਸ ਰਹਿੰਦਾ ਹੈ। ਪਰਮਾਨੈਂਟ ਰੈਜ਼ੀਡੈਂਸੀ, ਇਹਦਾ ਪ੍ਰੋਸੈਸ ਕਿੰਨਾ ਕੁ ਡਿਫਰੈਂਟ ਹੈਗਾ ਵਰਕ ਪਰਮਿਟ ਦੇ ਨਾਲੋਂ? ਮੈਂ ਦੱਸ ਦੇਣਾ ਚਾਹੁੰਦਾ ਵਾ, ਸਾਡੇ ਮਾਣਯੋਗ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਸ਼ੌਨ ਫਰੇਜ਼ਰ ਜੀ ਨੇ ਅਨਾਉਂਸ ਕੀਤਾ ਵਾ ਵੀ 6 ਜੁਲਾਈ ਤੋਂ 2022 ਫੈਡਰਲ ਸਕਿਲਡ ਵਰਕਰ ਦੇ ਡਰਾਅ ਦੁਆਰਾ ਐਕਸਪ੍ਰੈਸ ਐਂਟਰੀ ਦੇ ਰਿਜ਼ਿਊਮ ਹੋ ਰਹੀ ਆ।
ਠੀਕ ਹੈ। ਤੇ ਮਤਲਬ ਵੀ ਹੁਣ ਡਰਾ ਨਿਕਲਣੇ ਸ਼ੁਰੂ ਹੋ ਰਹੇ, ਬਟ ਜਿਹੜਾ ਸਕੋਰ ਆ ਉਹ 500 CRS ਸਕੋਰ 500 ਦੇ ਨੇੜੇ ਤੇੜੇ ਜਾਊਗਾ ਜੋ ਪ੍ਰੋਜੈਕਸ਼ਨ ਹੈਗੀ ਆ। ਹੁਣ ਜਿਹੜੇ ਐਪਲੀਕੈਂਟਸ ਦੇ 465 ਆ ਜਾਂ 450 ਆ ਸਾਡੇ ਨਾਲ ਮਿਲਣ, ਜਿਹੜਾ ਲਾਜ਼ ਦੇ ਵਿੱਚ ਕਈ ਕਾਫੀ ਵੇਜ਼ ਨੇ, ਤੁਹਾਡੇ ਪੁਆਇੰਟ ਪੂਰੇ ਅਸੀਂ ਕਰਵਾ ਸਕਦੇ ਹਾਂ। ਤੇ ਸੈਕੰਡਲੀ ਗੱਲ ਹੈ ਹੁਣ PR ਦੀ ਫਾਈਲਿੰਗ ਫਿਰ ਪ੍ਰੋਪਰ ਉਹਨਾਂ ਨੇ ਕਿਹਾ ਕਿ ਅਸੀਂ ਇਸ ਸਾਲ ਦੇ ਐਂਡ ਤੱਕ 6 ਮਹੀਨੇ ਦੇ ਵਿੱਚ PR ਪ੍ਰੋਸੀਡ ਕਰਨੀ ਦੁਬਾਰਾ ਸ਼ੁਰੂ ਕਰ ਦੇਵਾਂਗੇ। ਠੀਕ ਹੈ। ਉਹ ਜਿਹੜਾ ਐਕਸਪ੍ਰੈਸ ਐਂਟਰੀ ਦੇ ਰਿਜ਼ਲਟਸ ਨਹੀਂ ਸੀ ਆ ਰਹੇ। ਯੈਸ, ਮੈਂ ਉਹਨਾਂ ਦੀ ਹੀ ਗੱਲ ਕਰ ਰਿਹਾ ਹਾਂ। ਤੇ ਹੁਣ ਮਿਨਿਸਟਰ ਸਾਹਿਬ ਨੇ ਕਿਹਾ ਵੀ ਬਾਈ ਦਾ ਐਂਡ ਆਫ ਦਿਸ ਈਅਰ ਵੀ ਇਹਨਾਂ ਨੇ ਜਿਹੜੀ ਪ੍ਰੋਸੈਸਿੰਗ ਟਾਈਮ ਹੈ 6 ਮੰਥਸ ਵਾਲੀ ਵਾਪਸ ਫਿਰ ਦੁਬਾਰਾ 6 ਮੰਥ ਲਈ ਲੈ ਕੇ ਆ ਜਾਣੀ ਆ। ਤੇ ਗੱਲ ਇਹੀ ਹੈ ਤੁਹਾਡੇ ਕੋਲ ਡਾਕੂਮੈਂਟ ਜੈਨੂਇਨ ਹੋਣ, ਕਿਉਂਕਿ ਰਾਈਟ ਨਾਓ ਜਿਹੜੀ ਕੈਨੇਡਾ ਗਵਰਨਮੈਂਟ ਆ ਫਾਈਲਸ ਨੂੰ ਬੜੀ ਬਰੀਕੀ ਨਾਲ ਚੈੱਕ ਕਰ ਰਹੀਆਂ ਨੇ। ਕੁਛ ਐਕਸਪ੍ਰੈਸ ਐਂਟਰੀ ਸਭ ਤੋਂ ਵੱਡੀ ਗੱਲ ਇਹੀ ਆ, ਕੋਈ ਡਾਕੂਮੈਂਟ ਜੇ ਕੁਝ ਗਲਤ ਹੋਵੇ ਸਿੱਧਾ ਫਾਈਲ ਰਿਫਿਊਜ਼ ਹੁੰਦੀ ਆ। ਅੱਛਾ। ਆਫੀਸਰ ਬਹੁਤ ਘੱਟ ਚਾਂਸ ਦਿੰਦਾ ਹੈਗਾ ਵੀ ਇਹਨੂੰ ਦੁਬਾਰਾ ਸੈੱਟ ਕਰਨ ਦੇ। ਓਕੇ, ਸੋ ਇਹਦੇ ਵਿੱਚ ਜਿੱਦਾਂ 777-8 ਦੀ ਰਿਕੁਆਇਰਮੈਂਟ ਹੈ? ਨਹੀਂ ਮੈਮ, ਇੱਦਾਂ ਨਹੀਂ ਹੁੰਦਾ ਹੈਗਾ। ਤੁਸੀਂ 6 ਬੈਂਡ ਨਾਲ ਵੀ ਲਾ ਸਕਦੇ ਹੋ। ਫਾਈਲ ਡਿਪੈਂਡ ਕਰਦਾ ਤੁਸੀਂ ਕੈਟਾਗਰੀ ਕਿਹੜੀ ਚ ਲਾ ਰਹੇ ਹੋ। ਇਹ ਕੈਟਾਗਰੀ ਹੈ ਫੈਡਰਲ ਸਕਿਲਡ ਟ੍ਰੇਡ ਦੀ, ਜਿਹਦਾ ਸਕੋਰ ਬਹੁਤ ਘੱਟ ਜਾਂਦਾ ਹੁੰਦਾ। ਤੁਸੀਂ 6 ਬੈਂਡ ਦੀ PR ਲੈ ਸਕਦੇ ਹੋ। ਬਸ ਡਿਪੈਂਡ, ਜਾਂ ਤੁਸੀਂ PNP ਦੇ ਥਰੂ ਵੀ ਜਾ ਸਕਦੇ ਹੋ ਫੈਡਰਲ ਦੇ ਵਿੱਚ। ਈਜ਼ੀ ਕਿਹੜਾ ਰਸਤਾ ਰਹੇਗਾ ਕੈਨੇਡਾ ਜਾਣ ਵਾਸਤੇ? ਮੈਮ ਬਹੁਤ ਰਸਤੇ ਹੀ ਈਜ਼ੀ ਆ, ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਹੁੰਦਾ ਵੀ ਤੁਸੀਂ ਕਿਹੜੇ ਤਰੀਕੇ ਨਾਲ ਜਾ ਸਕਦੇ ਹੋ। ਤੁਸੀਂ PNP ਚ ਕੁਆਲੀਫਾਈ ਕਰਦੇ ਹੋ, ਤੁਸੀਂ FST ਚ ਕੁਆਲੀਫਾਈ ਕਰਦੇ ਹੋ, FSW ਚ ਕੁਆਲੀਫਾਈ ਕਰਦੇ ਹੋ। ਇਸ ਨੂੰ ਇੱਕ ਜਿਹੜਾ CICC ਏਜੰਟ ਆ ਉਹੀ ਦੱਸ ਸਕਦਾ, CICC ਕੰਸਲਟੈਂਟ ਨਹੀਂ ਦੱਸ ਸਕਦਾ ਜੀ। ਸੋ ਫਿਲਹਾਲ ਜੀ, ਅੱਛਾ ਨੈਨੀ ਦਾ ਵੀ ਪਿੱਛੇ ਕਾਫੀ ਸੀਗਾ ਸੁਣਦੇ ਅਸੀਂ। ਮੈਮ ਨੈਨੀ ਦਾ ਕਰੋਨਾ ਤੋਂ ਪਹਿਲਾਂ ਦੀ ਮੈਂ ਅਗਰ ਗੱਲ ਕਰਾਂ ਤਾਂ ਯੈਸ, ਤੇ ਹੁਣ ਵੀ ਹੈ ਡਿਮਾਂਡ? ਮੈਮ ਹਜੇ ਵੀ ਨੈਨੀ ਦੀ ਬਹੁਤ ਡਿਮਾਂਡ ਆ, ਬਟ ਗਵਰਨਮੈਂਟ ਆਫ ਕੈਨੇਡਾ ਨੇ ਨਾ ਫਾਈਲਸ ਬੜੀ ਲਿਮਿਟਿਡ ਕਰਤੀਆਂ। ਹੁਣ ਇਹਨਾਂ ਨੇ ਪਹਿਲਾਂ ਪੇਪਰ ਫਾਈਲ ਜਾਂਦੀ ਸੀ, ਇਹਨਾਂ ਨੇ ਆਨਲਾਈਨ ਫਾਈਲ ਕਰਤੀ ਇਸ ਸਾਲ ਤੋਂ। ਤੇ ਇਹਨਾਂ ਨੇ ਫਾਈਲਸ ਖੋਲ੍ਹਣੀਆਂ ਨੇ 1 ਜਨਵਰੀ 2023 ਨੂੰ, ਬਟ ਉਹਦੇ ਵਾਸਤੇ ਸਾਨੂੰ ਪਹਿਲਾਂ ਹੀ ਪ੍ਰਿਪੇਅਰ ਕਰਕੇ ਰੱਖਣੇ ਪੈਂਦੇ ਆ। ਟਾਈਮ ਸਲੋਟ ਬਹੁਤ ਘੱਟ ਹੁੰਦਾ ਵਾ, ਆਨਲਾਈਨ ਫਾਈਲ ਜਾਂਦੀ ਹੈ, ਜਸ ਜਿਵੇਂ ਉਹਨਾਂ ਦਾ ਕੋਟਾ ਪੂਰਾ ਹੁੰਦਾ ਰਾਈਟਰ ਸਿਸਟਮ ਉਹਨਾਂ ਦਾ ਕ੍ਰੈਸ਼ ਕਰ ਜਾਂਦਾ। ਇਸ ਵੇਲੇ ਜਿਹੜੀ ਡਿਮਾਂਡ ਹੈਗੀ ਹੈ ਇਮੀਗ੍ਰਾਂਟਸ ਦੀ ਕਿ ਵੀ ਹਾਂਜੀ ਕੈਨੇਡਾ ਜਿੱਦਾਂ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਵੀਜ਼ਾ ਦਿੰਦਾ ਵੀ ਹਾਂਜੀ ਉਹਨਾਂ ਨੂੰ ਵੀ ਚਾਹੀਦੇ ਜਿੱਦਾਂ ਪਰਸਨ, ਰਾਈਟ? ਸੋ ਇਸ 2022 ਦੇ ਵਿੱਚ ਤੇ 23 ਦੇ ਵਿੱਚ ਕਿੱਦਾਂ ਦੇ ਹਾਲਾਤ ਰਹਿਣਗੇ ਜੀ, ਇਹਨਾਂ ਦੇ ਉੱਤੇ ਚਰਚਾ ਕਰਾਂਗੇ। ਬਟ ਇੱਕ ਵਾਰੀ ਕਾਲਰ ਜਸਕੀਰਤ। ਹੈਲੋ ਹਾਂਜੀ। ਮੈਂ ਜੋ ਬੋਲ ਰਿਹਾ ਹਾਂਜੀ ਸਰ, ਹਾਂਜੀ ਦੱਸੋ ਜੀ। ਮੈਂ ਦੋ ਅੱਛੀ ਗੱਲ ਜੀ, ਮੈਂ 2020 ਦੇ ਅੰਦਰ 12ਵੀਂ ਕੀਤੀ ਸੀ ਤੇ 2021 ਦੇ ਅੰਦਰ ਮੈਂ 10ਵੀਂ ਦੇ ਬੇਸ ਦੇ ਉੱਤੇ ਆਪਣਾ ITI ਕੀਤੀ ਸੀਗੀ। ਤੇ ਮੇਰੇ ਕੋਲ 1.5 ਸਾਲ ਦਾ 에ਅਰ ਕੰਡੀਸ਼ਨਿੰਗ ਐਂਡ ਰੈਫ੍ਰਿਜਰੇਸ਼ਨ ਦਾ ਐਕਸਪੀਰੀਅੰਸ ਹੈਗਾ ਤੇ ਮੈਂ ਕੈਨੇਡਾ PR ਵਾਸਤੇ ਅਪਲਾਈ ਕਰਨਾ ਚਾਹੁੰਦਾ ਜੀ। ਸੋ ਜਸਕੀਰਤ ਤੁਸੀਂ ਸੁਣਾ? ਇਟਲੀ ਤੋਂ ਬੋਲਦੇ ਪਏ? ਦਿੱਲੀ ਤੋਂ। ਸੌਰੀ, ਦਿੱਲੀ ਤੋਂ। ਤੇ ਹੈਲੋ ਤੁਸੀਂ ਦਿੱਲੀ ਤੋਂ ਕਾਲ ਕਰ ਰਹੇ ਹੋ? ਹਾਂਜੀ ਮੈਂ ਦਿੱਲੀ ਤੋਂ ਕਾਲ ਕਰ ਰਿਹਾ ਸੀ। ਤੁਸੀਂ ਕਾਹਦਾ ਡਿਪਲੋਮਾ ਕੀਤਾ ਹੋਇਆ? ਇਹ ਕੰਡੀਸ਼ਨਰ ਹੀਟਿੰਗ ਕੂਲਿੰਗ ਐਂਡ ਵੈਂਟੀਲੇਸ਼ਨ। ਥੋੜੀ ਜਿਹੀ ਆਵਾਜ਼ ਕਰੈਕ ਹੋ ਰਹੀ ਹੈ। ਆਵਾਜ਼ ਬਟ ਮੈਂ 10 ਸ਼ਾਰਟ ਦੱਸ ਦਿੰਦਾ। ਇਹ ਕੈਨੇਡਾ ਵਿਜ਼ਟਰ ਵੀਜ਼ੇ ਤੇ ਜਾ ਕੇ ਆਪਣਾ ਵਰਕ ਪਰਮਿਟ ਕਰਵਾ ਸਕਦੇ ਆ, ਬਟ ਇੰਡੀਆ ਤੋਂ ਵਰਕ ਪਰਮਿਟ ਕਰਵਾਉਣਾ ਕਿਉਂਕਿ ਇਹ ਨਾ ਲਾਇਸੈਂਸਡ ਪ੍ਰੋਫੈਸ਼ਨ ਹੈ ਇਲੈਕਟ੍ਰੀਸ਼ੀਅਨ ਦਾ ਉੱਥੇ। ਸੋ ਇੱਕ ਪਾਰਟਿਕੂਲਰ ਆਵਰ ਹੁੰਦੇ ਨੇ, ਪਾਰਟਿਕੂਲਰ ਇਹਨਾਂ ਦੇ ਉਹ ਲਾਇਸੈਂਸ ਲੈਣ ਵਾਸਤੇ ਇਹਨਾਂ ਨੂੰ ਪੇਪਰ ਦੇਣੇ ਪੈਂਦੇ ਨੇ। ਸੋ ਇੰਡੀਆ ਤੋਂ ਥੋੜਾ ਜਿਹਾ ਨਾ ਟਫ ਹੋਣਾ ਵਾ, ਬਟ ਇਹ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਚਲੇ ਜਾਣ, ਉੱਥੇ ਇਹਨਾਂ ਦਾ ਵਰਕ ਪਰਮਿਟ ਈਜ਼ੀਲੀ ਹੋ ਜਾਊਗਾ। ਅੱਛਾ, ਇਹ ਵੀ ਇੱਕ ਪੁਆਇੰਟ ਹੈ ਵੀ ਹਾਂਜੀ ਕਈ ਵੀ ਇੱਥੋਂ ਇੱਕ ਵਾਰੀ ਆਪਾਂ ਲੰਘ ਜਾਂਦੇ ਐਂਟਰੀ ਲੈ ਲੈਂਦੇ ਕੈਨੇਡਾ, ਫਿਰ ਅਸੀਂ ਆਪਣਾ ਜਿਹੜਾ ਵੀਜ਼ਾ ਹੈਗਾ ਉਹਨੂੰ ਸ਼ਿਫਟ ਕਰ ਲਾਂਗੇ, ਕਨਵਰਟ ਕਰਵਾ ਲਾਵਾਂਗੇ, ਇਦਾਂ ਹੋ ਜਾਂਦਾ? ਮੈਮ ਕਾਫੀ ਹੁੰਦੇ ਆ, ਮੈਂ ਕਾਫੀ ਕਰਵਾਏ ਆਉਣ ਤੋਂ ਪਹਿਲਾਂ। ਹੁਣ ਅਸੀਂ ਮੇਰੇ ਉੱਥੇ ਪਿੱਛੇ ਮੇਰੀ ਟੀਮ ਕਰਵਾ ਵੀ ਰਹੀ ਆ। ਤੁਹਾਡੇ ਕੋਲ ਵੈਲਿਡ ਵਿਜ਼ਟਰ ਵੀਜ਼ਾ ਹੋਣਾ ਚਾਹੀਦਾ ਵਾ। ਗਵਰਨਮੈਂਟ ਆਫ ਕੈਨੇਡਾ ਨੇ ਇੱਕ ਪ੍ਰੋਵੀਜ਼ਨ ਰੱਖੀ ਆ ਵੀ ਨੈਕਸਟ ਈਅਰ ਬਾਈ ਫੈਬਰੀ 28 2023 ਤੱਕ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈ, ਤੁਹਾਡੇ ਕੋਲ LMI ਹੈਗੀ, ਤੁਹਾਨੂੰ ਕੈਨੇਡਾ ਦੇ ਬਾਰਡਰ ਤੇ ਵਰਕ ਪਰਮਿਟ ਗ੍ਰਾਂਟ ਹੋ ਜਾਊਗਾ। ਓ ਗ੍ਰੇਟ। ਸੋ ਇਹ ਵੀ ਇੱਕ ਵਧੀਆ ਮੇਰੇ ਖਿਆਲ 'ਚ। ਅੱਛਾ, ਇਹ ਕੈਨੇਡਾ ਹੀ ਹੈ ਜਿਹੜਾ ਤੁਹਾਨੂੰ ਇਦਾਂ ਦੀਆਂ ਓਪਰਚੁਨਿਟੀਜ਼ ਦਿੰਦਾ, ਹੋਰ ਕੋਈ ਕੰਟਰੀ ਸ਼ਾਇਦ ਨਹੀਂ ਹੋਏਗੀ ਨਾ? ਆਸਟ੍ਰੇਲੀਆ ਦਿੰਦੀ ਹੈ? ਮੇਰੇ ਖਿਆਲ ਤੋਂ ਕੋਈ ਵੀ ਕੰਟਰੀ ਨਹੀਂ ਲੀਨੀਅਰ ਨਹੀਂ ਜਿਹੜੀ ਤੁਹਾਨੂੰ ਵੀ ਆਪਸ਼ਨ ਦੇ ਰਹੀ, ਤੁਹਾਡੀ ਫੈਮਿਲੀ ਨੂੰ ਵੀ ਦੇ ਰਹੀ। ਸਭ ਤੋਂ ਵੱਡੀ ਗੱਲ ਇਹ ਹੈ ਜੀ, ਫੈਮਿਲੀ ਨੂੰ ਵੀ ਨਾਲ ਲੈ ਕੇ ਆ ਰਹੀ ਹੈ। ਸੋ ਵਰਕ ਪਰਮਿਟ ਦੇ ਵਿੱਚ ਸਿਰਫ ਇੱਥੇ ਇੱਕ ਜਣਾ ਜਾ ਰਿਹਾ ਹੈਗਾ? ਯੈਸ ਮੈਮ, ਜਿਹੜਾ ਇਹਦੇ ਵਿੱਚ ਵਰਕ ਪਰਮਿਟ ਤੇ ਇੱਕ ਜਾਣਾ ਜਾਊਗਾ, ਬਟ ਜਾਂਦੇ ਸਾਰ ਹੀ ਉਹ ਆਪਣੀ ਫੈਮਿਲੀ ਦਾ ਸਪਾਊਸਲ ਓਪਨ ਵਰਕ ਪਰਮਿਟ ਲਾ ਸਕਦਾ ਤੇ ਬੱਚਿਆਂ ਨੂੰ ਸਟੱਡੀ ਪਰਮਿਟ ਦਿਵਾ ਸਕਦਾ। ਕਿਉਂਕਿ ਕਈ ਵਾਰੀ ਕਹਿੰਦੇ ਨੇ ਕੰਸਲਟੈਂਟ ਪਹਿਲਾਂ ਤੁਹਾਡਾ ਮੇਨ ਐਪਲੀਕੈਂਟ ਜਾਊਗਾ, ਫਿਰ ਘਰ ਦੇ ਵੇਸਟਰ ਤੇ ਜਾਣਗੇ। ਨੋ ਨੈਵਰ। ਇਹ ਮੇਨ ਐਪਲੀਕੈਂਟ OAB ਕੈਟਾਗਰੀ ਦੀ ਜੌਬ 'ਚ ਜਾ ਰਿਹਾ ਤਾਂ ਉਹਦੇ ਜਿਹੜਾ ਸਪਾਊਸ ਆ ਉਹ ਸਪਾਊਸਲ ਓਪਨ ਵਰਕ ਪਰਮਿਟ ਲਈ ਕੁਆਲੀਫਾਈ ਕਰਦਾ, ਬੱਚੇ ਸਟੱਡੀ ਪਰਮਿਟ ਲਈ ਕੁਆਲੀਫਾਈ ਕਰਦੇ, ਜਿਹੜੀ 12ਵੀਂ ਤੱਕ ਦੀ ਐਜੂਕੇਸ਼ਨ ਕੈਨੇਡਾ 'ਚ ਫ੍ਰੀ ਆ ਜੀ। ਸੋ ਸ਼ਾਇਦ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਵੀ ਸਾਰੇ ਕੈਨੇਡਾ ਵੱਲ ਨੂੰ ਭੱਜਦੇ ਨੇ ਵੀ ਹਾਂਜੀ ਫੈਮਿਲੀ ਸਮੇਤ ਜਾਈਏ, ਕਿਉਂਕਿ ਇਹ ਜਿਹੜੀਆਂ ਆਪਸ਼ਨਸ ਨੇ, ਇਹ ਓਪਰਚੁਨਿਟੀਜ਼, ਚਾਹੇ ਉਹ ਮੈਡੀਕਲ ਨੂੰ ਲੈ ਕੇ ਜੀ, ਚਾਹੇ ਉਹ ਸਕੂਲਿੰਗ ਨੂੰ ਲੈ ਕੇ, ਸਭ ਕੁਝ ਤੁਹਾਨੂੰ ਮੁਫਤ ਮਿਲ ਜਾਂਦਾ ਹੈ। ਸੋ ਨੈਕਸਟ ਕਾਲਰ। ਹੈਲੋ
हेलो हाँ जी यस मैम, मुझे पीआर से रिगार्डिंग बात करनी थी। जी बोलिए, कौन बोल रहे हो? मैम केशव बोल रहा हूँ केशव कहाँ से? मैम, चंडीगढ़ से। हाँ जी केशव, बताइए अपनी प्रोफाइल। मैम मैंने बीटेक कर रखी है कंप्यूटर साइंस से और मेरे पास 3.5 साल का वर्क एक्सपीरियंस है। ओके, इन सेम इंडस्ट्री? यस मैम, आईटी ओके राइट, सॉफ्टवेयर इंजीनियर। ओके ग्रेट। मैम मुझे पूछना था कि अगर मैं अभी आईएलटीएस क्लियर करता हूँ, मतलब जीटी देता हूँ, उसके बाद अगर मैं अपनी फाइल लगवाता हूँ तो आई एम एलिजिबल फॉर गेटिंग अ पीआर। ਪੀਆਰ ਦਾ ਪੁੱਛ ਰਹੇ ਨੇ। ਯੈਸ, ਇਹਨਾਂ ਦੀ ਪੀਆਰ ਈਜ਼ੀਲੀ ਆ ਜਾਣੀ ਆ ਕਿਉਂਕਿ ਐਜੂਕੇਸ਼ਨ ਵੀ ਬੀਟੈਕ ਆ ਜਿਹੜੀ 4 ਇਅਰਸ ਦੀ ਡਿਗਰੀ ਆ, ਐਕਸਪੀਰੀਅੰਸ ਵੀ ਹੈਗਾ ਵਾ। ਜਿਹੜੀ ਮੇਨ ਗੱਲ ਆ, ਇਹਨਾਂ ਨੂੰ ਆਇਲਸ ਤੇ ਮੇਨ ਫੋਕਸ ਕਰਨ ਦੀ ਜ਼ਰੂਰਤ ਆ। ਜੀਟੀ ਦੇ ਵਿੱਚ ਚੰਗਾ ਸਕੋਰ ਲਓ ਤੇ ਸਾਡੇ ਨਾਲ ਕੰਟੈਕਟ ਕਰੋ, ਤੁਹਾਨੂੰ ਅਸੀਂ ਪੀਆਰ ਦਵਾ ਦੇਵਾਂਗੇ। ਸੋ ਪੀਆਰ ਦੇ ਵਾਸਤੇ ਵੀ ਆਇਲਸ ਜ਼ਰੂਰੀ ਹੈ। ਖੈਰ ਉਹ ਚਾਹੇ ਕੋਈ ਵੀ ਕੈਟਾਗਰੀ, ਤੁਸੀਂ ਵਰਕ ਪਰਮਿਟ ਦਾ ਵੀ ਕਿਹਾ ਵੀ 5 ਬੈਂਡ। ਐਕਚੁਅਲੀ ਮੈਮ ਅਸੀਂ ਐਕਸਪੈਰੀਮੈਂਟ ਨਹੀਂ ਕਰਦੇ, ਅਸੀਂ ਵੀਜ਼ਾ ਅਪਰੂਵ ਕਰਵਾਉਂਦੇ ਹਾਂ। ਠੀਕ ਹੈ। ਕੁਝ ਕੈਟਾਗਰੀਜ਼ ਹੈਗੇ ਜਿਹੜੀਆਂ ਇੰਗਲਿਸ਼ ਤੋਂ ਐਗਜ਼ੈਂਪਟ ਨੇ, ਉਹ ਲੇਬਰ ਕਲਾਸ ਹੋ ਜਾਂਦੀਆਂ ਨੇ, ਬਟ ਜਿਹੜੀ ਬੀ ਕੈਟਾਗਰੀ ਦੀ ਜੌਬ ਹੁੰਦੀਆਂ ਨੇ ਮੋਸਟਲੀ ਦੇ ਵਿੱਚ ਅਸੀਂ ਇੰਗਲਿਸ਼ ਨਹੀਂ, ਰეკਮੈਂਡ ਡਿਮਾਂਡ ਕਰਦੇ ਹਾਂ। ਵੈਸੇ ਜ਼ਿਆਦਾ ਵੀਜ਼ਾ ਕਿਹਦੇ ਤੁਸੀਂ ਦੇਖਦੇ ਹੋ ਵੀ ਜਿਹੜੇ ਲੇਬਰ ਕਲਾਸ ਵਿੱਚ ਜਾਂਦੇ ਨੇ? ਨਹੀਂ ਮੈਮ, ਜਾਂ ਫਿਰ ਸਕਿਲਡ ਦੀ। ਅੱਛਾ, ਸਕਿਲਡ ਦੀ ਜ਼ਿਆਦਾ ਉੱਥੇ ਡਿਮਾਂਡ ਹੈਗੀ ਹੈ। ਤੁਸੀਂ ਇੰਗਲਿਸ਼ ਨਾਲ ਨਹੀਂ ਲਾਓਗੇ ਤਾਂ ਵੀਜ਼ਾ ਆਫੀਸਰ ਕੋਲ ਨਾ ਇੱਕ ਕੁਐਸਚਨ ਆ ਜਾਂਦਾ ਵੀ ਯਾਰ ਹਾਊ ਹੀ ਕੈਨ ਪਰਫਾਰਮ ਦੈਟ ਡਿਊਟੀਜ਼, ਉਹ ਕਿਸੇ ਨਾਲ ਗੱਲ ਕਰ ਸਕਦਾ, ਹੀ ਕੈਨ ਟਾਕ ਇਨ ਇੰਗਲਿਸ਼ অর ਨਾਟ। ਫਿਰ ਉਹ ਅਸੀਂ ਕੁਐਸਚਨ ਮਾਰਕ ਛੱਡਦੇ ਨਹੀਂ ਹੈਗੇ, ਅਸੀਂ ਸਾਰੇ ਆਪਣੇ ਵੱਲੋਂ ਜਿਹੜੇ ਉਹਦੇ ਕੁਐਸਚਨਸ ਨੇ ਪਹਿਲਾਂ ਹੀ ਫਿਲ ਕਰਕੇ ਭੇਜਦੇ ਹਾਂ। ਜੀ ਸੋ ਜਿਸ ਕੀ ਨਾ ਮੈਂ ਕੁੱਕ ਜਾਂ ਸ਼ੈਫ ਦੇ ਉੱਤੇ ਇੱਕ ਵਾਰ ਦੁਬਾਰਾ, ਜਿਨ੍ਹਾਂ ਨੇ ਹੋਟਲ ਮੈਨੇਜਮੈਂਟ ਦੇ ਹਨਾ ਬਹੁਤ ਸਾਰੇ ਸਾਡੇ ਇਦਾਂ ਦੇ ਵਿਦਿਆਰਥੀ ਹੋਣਗੇ ਜੀ ਜਿਨ੍ਹਾਂ ਨੇ ਡਿਪਲੋਮਾਸ ਆਪਣੇ ਕੀਤੇ ਨੇ, ਪੜ੍ਹਾਈ ਕੀਤੀ ਹੈ, 2-3 ਸਾਲ ਕੰਮ ਨੂੰ ਵੀ ਹੋ ਜਾਂਦੇ ਨੇ, ਕਈ ਵਾਰੀ ਤਾਂ ਜ਼ਿਆਦਾ ਟਾਈਮ ਵੀ ਹੋ ਜਾਂਦਾ, ਬਟ ਮੌਕਾ ਨਹੀਂ ਮਿਲਦਾ ਕਿ ਵੀ ਸ਼ਾਇਦ ਬਜਟ ਨਹੀਂ ਉਹਨਾਂ ਕੋਲੇ ਸੂਟੇਬਲ। ਮੈਮ ਬਜਟ ਵੀ ਕਹਿ ਲਓ ਵੀ ਮਿਸ ਗਾਈਡੈਂਸ ਜਿਹੜੀ ਮੇਨ ਚੀਜ਼ ਆ, ਕਿਉਂਕਿ ਪੰਜਾਬ ਦੇ ਵਿੱਚ ਉਹੀ ਗੱਲ ਆ ਵੀ ਤੁਹਾਡਾ ਕਹਾਣਾ ਵੀ ਨਿਊਜ਼ਪੇਪਰ 'ਚ ਐਡ ਲੱਗ ਜਾਂਦੀ ਆ, ਬੱਚਿਆਂ ਦਾ ਕੀਮਤੀ ਸਮਾਂ ਖਰਾਬ ਕਰ ਦਿੱਤਾ ਜਾਂਦਾ ਨਾ। ਬਟ ਸਾਡੇ ਨਾਲ ਕੰਟੈਕਟ ਕਰਿਓ, ਅਸੀਂ ਤੁਹਾਨੂੰ ਔਨ ਸਕਰੀਨ ਵਾਅਦਾ ਕਰਦੇ ਹਾਂ ਤੁਹਾਨੂੰ ਜਿਹੜਾ ਬੈਸਟ ਤੇ ਇੱਕ ਸਸਤੇ ਬਜਟ ਜਿਹੜਾ ਆਪਾਂ ਕਹੀਏ ਤੁਹਾਡਾ ਅਸੀਂ ਸੋਲੂਸ਼ਨ ਕੱਢ ਕੇ ਦੇਵਾਂਗੇ ਜੀ। ਸੋ ਵਰਕ ਪਰਮਿਟ ਜਿਹੜਾ ਹੈਗਾ ਉਹ ਤੁਸੀਂ ਕਿਹਾ ਵੀ 4 ਤੋਂ 8 ਮਹੀਨੇ ਤੱਕ ਜਿਹੜਾ ਹੈਗਾ ਉਹ ਅਪਰੂਵਲ। ਮੈਂ ਤੁਹਾਨੂੰ ਜਿਹੜਾ 8 ਮਹੀਨੇ ਸਾਨੂੰ ਮੈਕਸਿਮਮ ਟਾਈਮ ਦੇ ਰਿਹਾ, ਅਪਰੂਵ 5 'ਚ ਵੀ ਹੋ ਜਾਂਦਾ, 6 'ਚ ਵੀ ਹੋ ਜਾਂਦਾ। ਅੱਛਾ, ਬਟ ਸਾਨੂੰ ਇਹੀ ਆ ਵੀ ਪਹਿਲਾਂ 1 ਮਹੀਨਾ ਬਾਅਦ ਦੱਸੋ। ਸਮਟਾਈਮਸ ਕੋਵਿਡ ਕਰਕੇ ਕੋਈ ਡਾਕੂਮੈਂਟ ਪਿੱਛੇ ਹੋ ਜਾਂਦਾ ਹੁੰਦਾ, ਆਫੀਸਰ ਕੁਝ ਨਵਾਂ ਰਿਕੁਆਇਰ ਕਰ ਲੈਂਦਾ ਹੁੰਦਾ। ਸੋ ਕਈ ਤੁਹਾਡੇ ਕੋਲੇ ਅਪਰੂਵਡ ਐਲਐਮਆਈ ਹੈਗੀਆਂ ਨੇ, ਬਟ ਇਨ ਕੇਸ ਅਗਰ ਕਿਸੇ ਨੂੰ ਚਾਹੀਦਾ ਹੋਵੇ ਤਾਂ ਤੁਸੀਂ ਮਦਦ ਕਰ ਦਿੰਦੇ ਹੋ, ਅਰੇਂਜ ਕਰ ਦਿੰਦੇ ਹੁੰਦੇ ਆ। ਸਾਡੇ ਕੋਲ ਕੁੱਕ, ਸ਼ੈਫ, ਟਰੱਕ ਡਰਾਈਵਰਸ ਦੀ ਕਾਫੀ ਐਲਐਮਆਈਜ਼ ਅਪਰੂਵਡ ਪਈਆਂ ਨੇ, ਜਿਹੜੇ ਦੁਬਈ ਦੇ ਵਿੱਚ ਸਾਡੇ ਭਰਾ ਹੈਗੇ ਆ, ਜਾਂ ਨਿਊਜ਼ੀਲੈਂਡ, ਆਸਟ੍ਰੇਲੀਆ 'ਚ। ਈਵਨ ਦੋ ਅਸੀਂ ਜਿਹੜੇ ਬੱਚੇ ਉੱਥੇ ਆਸਟ੍ਰੇਲੀਆ ਦੇ ਵਿੱਚ ਸਟੱਡੀ ਪਰਮਿਟ ਤੇ ਪਾਰਟ ਟਾਈਮ ਟਰੈਕਿੰਗ ਕਰ ਰਹੇ ਆ, ਸਾਡੇ ਨਾਲ ਕੰਟੈਕਟ ਕਰੇ, ਤੁਹਾਨੂੰ ਅਸੀਂ ਕੈਨੇਡਾ ਦਾ ਫੁੱਲ ਟਾਈਮ ਵਰਕ ਪਰਮਿਟ ਦਵਾਵਾਂਗੇ। ਇਹਦਾ ਸਬੂਤ ਹੈਗਾ ਵਾ, ਸਾਡੇ ਸੋਸ਼ਲ ਮੀਡੀਆ 'ਤੇ ਚੈੱਕ ਕਰੋ ਜਾ ਕੇ, ਸਾਡੇ ਵੀਜ਼ਾ ਤਾਂ ਅਪਰੂਵ ਵੀ ਹੋਏ ਆ ਜੀ। ਸੋ ਬਾਕੀ ਹੋਰ ਵੀ ਕਈ ਕੈਟਾਗਰੀਜ਼ ਨੇ ਜੀ ਕਿ ਤੁਸੀਂ ਕੈਨੇਡਾ ਕਿਸ ਤਰ੍ਹਾਂ ਸੈਟਲਮੈਂਟ ਆਪਣੀ ਕਰ ਸਕਦੇ ਹੋ। ਬਾਕੀ ਬਿਜ਼ਨਸ ਵੀਜ਼ਾ ਵੀ ਥੋੜਾ ਜਿਹਾ ਡਿਸਕਸ ਕਰ ਲੈਂਦੇ ਹਾਂ ਜੀ, ਬਟ ਉਸ ਤੋਂ ਪਹਿਲਾਂ ਇੱਕ ਕਾਲਰ ਸਾਡੇ ਨਾਲ। ਹੈਲੋ हेलो हाँ जी, सत श्री अकाल। मैम हाँ जी, कौन बोल रहे हो? मैम मैं तविंदर सिंह बोल रहा मैम, अपने वाइफ बारे पूछना सीगा मैम। हाँ जी दसो जी की पूछना। हाँ जी मैम, मेरी वाइफ ने ग्रेजुएशन की हुई है 2014 में, प्राइवेट जॉब की हुई है, कंप्यूटर। ओके हाँ जी मैम, तो मैंने पूछना था पीआर के लिए जा सकते हैं या फिर स्टडी बेस पे जाएं? जॉब कादी कितनी है? 5.5 बैंड है मैम। कितने बैंड ने? 5.5 है, लेस देन 5। ਇਹ ਤੁਸੀਂ ਜਰਨਲ ਦੇ ਵਿੱਚ ਕੀਤੀ ਆਇਲਟਸ ਜਾਂ ਅਕੈਡਮਿਕ ਕੀਤੀ ਹੈ ਜੀ? ਅਕੈਡਮਿਕ ਮੈਮ। ਓਕੇ, ਬਟ ਜੇ ਤੁਸੀਂ ਕੈਨੇਡਾ ਜਾਣਾ 5.5 ਨਾਲ ਤਾਂ ਬਿਲਕੁਲ ਵੀ ਪੋਸੀਬਲ ਨਹੀਂ ਹੈ, ਬਟ ਤੁਹਾਡੇ ਵਾਸਤੇ ਪੀਆਰ ਜਾਂ ਵਰਕ ਪਰਮਿਟ ਅਸੀਂ ਜ਼ਰੂਰ ਡਿਸਕਸ ਕਰ ਲੈਂਦੇ ਆ। ਓਕੇ ਮੈਮ, ਵਰਕ ਪਰਮਿਟ ਦਾ ਦੱਸ ਦਿਓ। ਬਿਲਕੁਲ ਜੀ, ਬਿਲਕੁਲ। ਸੋ ਗ੍ਰੈਜੂਏਸ਼ਨ 2014 ਦੇ ਵਿੱਚ, ਉਸ ਤੋਂ ਬਾਅਦ ਉਸ ਤੋਂ ਬਾਅਦ ਕੰਟੀਨਿਊਸਲੀ ਸ਼ਾਇਦ ਇਹ ਕੰਮ ਕਰ ਰਹੇ ਨੇ ਜੀ ਕੰਪਿਊਟਰ ਦੇ ਨਾਲ ਰਿਲੇਟਡ ਕੁਝ। ਮੈਮ ਇਹਨਾਂ ਨੂੰ ਵਰਕ ਪਰਮਿਟ ਮਿਲ ਜੂਗਾ, ਇਹਨਾਂ ਕੋਲ CLB 5 ਆਲਰੇਡੀ ਹੈਗਾ ਵਾ। ਇਹਨਾਂ ਨੂੰ ਕਹੋ ਵੀ ਆਪਣਾ ਰਿਜ਼ਿਊਮ ਲੈ ਕੇ ਸਾਡੇ ਆਫਿਸ ਸਾਡੇ ਨਾਲ ਮਿਲੋ, ਮੈਂ ਆਲਰੇਡੀ ਇੰਡੀਆ ਦੇ ਵਿੱਚ ਹੀ ਆ ਤੇ ਇਹਨਾਂ ਦਾ ਅਸੀਂ ਵਰਕ ਪਰਮਿਟ ਅਪਰੂਵ ਕਰਾ ਦਾਂਗੇ। ਫਿਰ ਮੇਨ ਐਪਲੀਕੈਂਟ ਜਾ ਕੇ ਸਪਾਊਸ ਨੂੰ ਆਪਣੇ ਓਪਨ ਵਰਕ ਪਰਮਿਟ ਤੇ ਇੰਡੀਆ ਤੋਂ ਕੈਨੇਡਾ ਬੁਲਾ ਲੂਗਾ ਜੀ। ਸੋ ਇਸ ਵੇਲੇ 'ਚ ਹੁਣ ਵਾਈਫ ਕੰਮ ਆ ਰਹੀਆਂ ਨੇ ਜਿਨ੍ਹਾਂ ਨੇ ਹਸਬੈਂਡਸ ਦੇਖ ਰਹੇ ਨੇ ਵੀ ਹਾਂਜੀ ਸਾਨੂੰ ਤਾਂ ਸ਼ਾਇਦ ਨਹੀਂ ਮਿਲਣਾ ਮੌਕਾ, ਬਟ ਬਿਹਾਫ ਹਨਾ ਉਹਦੇ ਤੇ ਚਲੇ ਜਾਂਦੇ ਕੈਨੇਡਾ। ਬਹੁਤ ਵਾਈਫ ਕੰਮ ਆਈਆਂ ਨੇ, ਬਹੁਤਿਆਂ ਦੀ ਵਾਈਫ ਨੇ ਛੱਡਿਆ ਵੀ ਆ ਬਾਹਰ ਜਾ ਕੇ। ਖੈਰ ਜੀ, ਸਾਡੇ ਜਿੰਨੇ ਦਰਸ਼ਕ ਨੇ ਤੁਹਾਡੇ ਸਾਰਿਆਂ ਦੇ ਵਾਸਤੇ ਅਸੀਂ ਦੇਸ਼ ਪ੍ਰਦੇਸ਼ ਲਾਈਵ ਦਾ ਇੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਜੀ ਇਸੇ ਸਮੇਂ ਇਸੇ ਚੈਨਲ ਦੇ ਉੱਤੇ। ਸੋ ਜਿਨ੍ਹਾਂ ਨੇ ਵੀ ਬਾਹਰ ਜਾਣਾ ਹੁੰਦਾ
ਪਲੀਜ਼ ਇੱਕ ਵਾਰੀ ਆਪਣਾ ਸਵਾਲ ਆਪਣੀ ਪ੍ਰੋਫਾਈਲ ਜ਼ਰੂਰ ਡਿਸਕਸ ਕਰਿਆ ਕਰੋ। ਆਈ ਐਮ ਸ਼ੋਰ ਜੀ ਜਿੰਨੇ ਵੀ ਸਾਡੇ ਇੱਥੇ ਮਹਿਮਾਨ ਆਉਂਦੇ ਨੇ, ਐਕਸਪੀਰੀਅੰਸ ਗੈਸਟ ਆਉਂਦੇ ਨੇ, ਉਹ ਜ਼ਰੂਰ ਤੁਹਾਨੂੰ ਇੱਕ ਚੰਗੀ ਐਡਵਾਈਸ ਕਰਨਗੇ। ਅਕੋਰਡਿੰਗ ਟੂ ਦੈਟ ਤੁਸੀਂ ਆਪਣਾ ਡਿਸੀਜਨ ਜਿਹੜਾ ਹੈਗਾ ਲੈ ਸਕਦੇ ਹੋ। ਸੋ AYS ਤੋਂ ਮਿਸਟਰ ਜਸਕੀਰਤ ਸਾਡੇ ਆਜ ਦੇ ਐਕਸਪਰਟ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਆਉਣ ਥੈਂਕ ਯੂ ਸੋ ਵਾਸਤੇ। ਮਚ ਜੀ, ਥੈਂਕ ਯੂ। ਸੋ ਇਸੇ ਦੇ ਨਾਲ ਜੀ ਦਿਓ ਇਜਾਜ਼ਤ। ਨੈਕਸਟ ਟਾਈਮ ਮੁਲਾਕਾਤ ਕਰਦੇ ਹਾਂ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਇਸੇ ਤਰ੍ਹਾਂ ਵੇਖ